ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਤੁਸੀਂ ਵਰਸੀ ਮਨਾਈ ਆ, ਪਹਿਲਾਂ ਕਦੇ ਨਹੀਂ ਮਨਾਈ, ਇਸ ਵਾਰ ਹੀ ਮਨਾਈ ਆ। ਜੇ ਇੱਦਾਂ ਚੱਲੂਗਾ ਤਾਂ ਬਹੁਤ ਸਾਰੇ ਸਿੱਖ ਲਹਿਰਾਂ ਨਾਲ ਜੁੜੇ ਹੋਏ ਜਿਹੜੇ ਸ਼ਹੀਦ ਨੇ ਉਹਨਾਂ ਦੇ ਵੀ ਜੇ ਦਿਨ ਮਨਾਏ ਜਾਣ। ਕਾਮਰੇਡ ਵਿਚਾਰਧਾਰਾ ਕਿੱਥੋਂ ਆਈ ਹੈ? ਸਾਡੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਕਿਰਤ ਕਰੋ ਵੰਡ ਕੇ ਛਕੋ, ਔਰ ਕਾਮਰੇਡ ਵਿਚਾਰਧਾਰਾ ਦੇ ਵਿੱਚ ਆ ਕਿ ਕਿਰਤ ਕਰੋ ਵੰਡ ਕੇ ਛਕੋ, ਮਤਲਬ ਇਕੁਅਲ ਵੰਡੋ ਸਾਰਿਆਂ ਦੇ ਵਿੱਚ। ਔਰ ਕਾਮਰੇਡ ਕਿਹਦੇ ਖਿਲਾਫ ਲੜਦੇ ਆ? ਦੀਪ ਸਿੱਧੂ ਜੀ ਨੇ ਇੱਕ ਬਿਆਨ ਦਿੱਤਾ ਕਿ ਹਰਿਆਣਾ ਜਿਹੜਾ ਜੇ ਇਕੱਲਾ ਹੁੰਦਾ ਤਾਂ ਉਹ ਜੰਗ ਜਿੱਤ ਨਹੀਂ ਸੀ ਸਕਦਾ, ਪੁਲਿਸ ਮੂਹਰੇ ਖੜ੍ਹ ਨਹੀਂ ਸੀ ਹੋਣਾ। ਸ਼ਹੀਦੀਆਂ ਦੇਣ ਵਾਸਤੇ ਸਭ ਤੋਂ ਅੱਗੇ ਰਹਿੰਦੇ ਨੇ ਹਰਿਆਣਵੀ। ਹੁਣ ਪਿੱਛੇ ਤੁਸੀਂ ਦੇਖਿਆ ਖੱਟਰ ਦਾ ਹੈਲੀਕਾਪਟਰ ਤੱਕ ਨਹੀਂ ਉਤਰਨ ਦਿੰਦੇ। ਔਰ ਜਿਹੜੇ ਵੀ ਬੰਦੇ ਜੋ ਵੀ ਸਟੇਟਮੈਂਟ ਦੇ ਕੇ ਇਸ ਯੂਨਿਟੀ ਨੂੰ ਤੋੜਨਾ ਚਾਹੁੰਦੇ ਨੇ, ਉਹ ਸਾਫ਼ ਦਿਖਦਾ ਹੀ ਹੈ ਸਾਨੂੰ ਵੀ ਉਹ ਏਜੰਸੀਆਂ ਦੇ ਬੰਦੇ ਨੇ। ਜਥੇਬੰਦੀਆਂ ਨੇ ਉਹਦੇ ਲੀਡਰ ਸਿੱਖ ਨਹੀਂ ਹੈਗੇ, ਸਗੋਂ ਸਿੱਖੀ ਸਰੂਪ ਦੇ ਵਿੱਚ ਨੇ ਉਹ ਇਸ ਟਾਈਮ ਦੇ ਉੱਤੇ। ਔਰ ਕਈ ਕਿਸਾਨ ਜਥੇਬੰਦੀਆਂ ਦੇ ਲੀਡਰਸ ਨੇ ਅੰਮ੍ਰਿਤ ਵੀ ਛਕਿਆ ਹੋਇਆ ਆ। ਅਤੇ ਫਿਰ ਆਪਾਂ ਨੂੰ ਇਹ ਜਿਨ੍ਹਾਂ ਨੇ ਕੋਨੇ ਮੋਨੇ ਆ ਉਹ ਸਾਨੂੰ ਥੋੜ੍ਹਾ ਸਿਖਾਉਣਗੇ ਵੀ ਸਿੱਖੀ ਸਰੂਪ ਕੀ ਹੁੰਦਾ ਆ। ਕਿ ਜੇ ਕਮਿਊਨਿਸਟ ਵਿਚਾਰਧਾਰਾ ਦਾ ਮਤਲਬ ਇਹ ਹੈ ਜੋ ਮੈਂ ਤੁਹਾਨੂੰ ਕਿਹਾ ਕਿਰਤ ਕਰੋ ਵੰਡ ਕੇ ਛਕੋ, ਅਤੇ ਫਿਰ ਮੈਂ ਕਹਿ ਸਕਦੀ ਹਾਂ ਵੀ ਮੈਂ ਕਮਿਊਨਿਸਟ ਹਾਂ। ਮੈਂ ਆਪਣੇ ਲੋਕਾਂ ਦੀ ਸੇਵਾ ਕਰਨ ਵਾਸਤੇ ਕੁਛ ਵੀ ਕਰ ਸਕਦੀ ਹਾਂ, ਬਟ ਮੈਂ ਕੋਈ ਪੋਲੀਟੀਕਲ ਪਾਰਟੀ ਜੁਆਇਨ ਨਹੀਂ ਕਰੂੰਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਕਰਮ ਸਿੱਖਾ ਦਾ ਮਿਰਰ ਪੰਜਾਬ TV ਵੱਲੋਂ। ਅਤੇ ਅੱਜ ਅਸੀਂ ਮਿਲਣ ਆਏ ਹਾਂ ਸੋਨੀਆ ਮਾਨ ਜੀ, ਜੋ ਪੰਜਾਬ ਦੇ ਵੱਡੇ ਆਗੂ ਕਿਸਾਨ ਆਗੂ ਬਲਦੇਵ ਸਿੰਘ ਮਾਨ ਜੀ ਦੀ ਬੇਟੀ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਇਹ ਕਿਹਾ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਆਪਣੇ ਪਿਤਾ ਜੀ ਦੀ ਜਿਹੜੀ ਬਰਸੀ ਮਨਾਈ ਹੈ। ਔਰ ਇਸ ਤੋਂ ਪਹਿਲਾਂ ਵੀ ਲਗਾਤਾਰ ਇਹ ਕਿਸਾਨ ਸੰਘਰਸ਼ ਦੇ ਵਿੱਚ, ਜਦੋਂ ਤੋਂ ਕਿਸਾਨ ਸੰਘਰਸ਼ ਸ਼ੁਰੂ ਹੋਇਆ ਪਹਿਲੇ ਦਿਨ ਤੋਂ ਟਿੱਕਰੀ ਬਾਰਡਰ ਦੇ ਉੱਤੇ ਜਿਹੜਾ ਧਰਨੇ ਦੇ ਵਿੱਚ ਸ਼ਾਮਲ ਨੇ, ਔਰ ਬਹੁਤ ਸਾਰੇ ਲੋਕਾਂ ਨੂੰ ਨਾਲ ਲੈ ਕੇ ਸ਼ਾਮਲ ਹੁੰਦੇ ਰਹੇ ਆ। ਔਰ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਇੱਕ ਚੀਜ਼ ਵਾਪਰਦੀ ਹੈ ਕਿ ਵਾਰ-ਵਾਰ ਕੁਝ ਲੋਕ ਇਹਨਾਂ ਨੂੰ ਟਾਰਗੇਟ ਕਰਦੇ ਆ, ਇਹਨਾਂ ਦੇ ਉੱਤੇ ਸਵਾਲ ਹੁੰਦੇ ਆ ਵਾਰ-ਵਾਰ। ਕਦੇ ਇਹ ਸਵਾਲ ਹੁੰਦਾ ਇਹਨਾਂ ਦੇ ਜੋ ਇਹਨਾਂ ਨੇ ਪ੍ਰੋਫੈਸ਼ਨ ਚੁਣਿਆ ਮਾਡਲਿੰਗ ਦਾ, ਐਕਟਿੰਗ ਦਾ, ਕਦੇ ਉਹਦੇ 'ਤੇ ਸਵਾਲ ਹੁੰਦੇ ਆ, ਕਦੇ ਸਵਾਲ ਹੁੰਦੇ ਆ ਇਹਨਾਂ ਦੇ ਪਿਤਾ ਜੀ ਕਾਮਰੇਡ ਸੀ ਉਹਨਾਂ 'ਤੇ ਸਵਾਲ ਹੁੰਦੇ ਆ। ਅਤੇ ਕਿਉਂਕਿ ਸਿੱਖ ਸਿਧਾਂਤ ਅਤੇ ਕਮਿਊਨਿਸਟ ਸਿਧਾਂਤ ਦੇ ਵਿੱਚ ਟਕਰਾਅ ਹੋਇਆ, ਕਾਲਾ ਦੌਰ ਚੱਲਿਆ ਪੰਜਾਬ 'ਚ, ਜਿਹੜਾ 80 ਦਾ ਦੌਰ ਹੈ, ਉਸ ਦੌਰ 'ਚ ਜਿਹੜਾ ਟਕਰਾਅ ਹੋਇਆ, ਉਸ ਟਕਰਾਅ ਨਾਲ ਵੀ ਜੋੜ ਕੇ ਹੁਣ ਇਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ। ਅਸੀਂ ਅੱਜ ਮਿਲਣ ਆਏ ਹਾਂ ਸੋਨੀਆ ਮਾਨ ਜੀ ਨੂੰ ਕਿ ਉਹ ਇਹ ਸਾਰੇ ਵਿਵਾਦ ਦੇ ਵਿੱਚ ਜਿਹੜੇ ਸਵਾਲ ਇਹਨਾਂ 'ਤੇ ਉੱਠੇ ਆ ਉਹਨਾਂ ਬਾਰੇ ਉਹ ਕੀ ਸੋਚਦੇ ਆ। ਸਤਿ ਸ਼੍ਰੀ ਅਕਾਲ ਜੀ ਸੋਨੀਆ ਮਾਨ ਜੀ। ਸਤਿ ਸ਼੍ਰੀ ਅਕਾਲ ਮੈਮ, ਪਿਛਲੇ ਦਿਨਾਂ ਦੇ ਵਿੱਚ ਬੜਾ ਟ੍ਰੋਲ ਹੋਇਆ ਤੁਹਾਨੂੰ ਲੈ ਕੇ, ਬੜੇ ਸਵਾਲ ਹੋਏ ਆ ਕਿ ਤੁਹਾਡੇ ਪਿਤਾ ਜੀ ਬਾਰੇ ਜਿਹੜਾ ਸਭ ਤੋਂ ਪਹਿਲਾ ਸਵਾਲ ਬਣਦਾ ਕਿ ਤੁਸੀਂ ਬਰਸੀ ਮਨਾਈ ਹੈ ਉਹਨਾਂ ਦੀ। ਉਸ ਬਰਸੀ ਬਾਰੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਤੁਸੀਂ ਬਰਸੀ ਮਨਾਈ ਆ, ਪਹਿਲਾਂ ਕਦੇ ਨਹੀਂ ਮਨਾਈ, ਇਸ ਵਾਰ ਹੀ ਮਨਾਈ ਆ। ਔਰ ਜਦ ਕਿ ਉਹ ਇੱਕ ਕਾਮਰੇਡ ਸੀ, ਕਮਿਊਨਿਸਟ ਵਿਚਾਰਧਾਰਾ ਨਾਲ ਸੰਬੰਧਿਤ ਸੀ, ਵੀ ਉਹਨਾਂ ਦਾ ਕਹਿਣਾ ਸੀ ਵੀ ਤੁਸੀਂ ਇੱਕ ਪਾਰਟੀ ਦੇ ਆਗੂ ਦਾ ਜਿਹੜਾ ਸ਼ਰਧਾਂਜਲੀ ਸਮਾਗਮ ਮਨਾ ਰਹੇ ਹੋ, ਬਰਸੀ ਮਨਾ ਰਹੇ ਹੋ, ਉਹ ਤੁਸੀਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਨਹੀਂ ਮਨਾ ਸਕਦੇ, ਅਤੇ ਤੁਸੀਂ ਉਹ ਮਨਾਇਆ। ਉਹਨਾਂ ਦਾ ਵੀ ਸਵਾਲ ਆ ਕਿ ਜੇ ਇੱਦਾਂ ਚੱਲੂਗਾ ਤਾਂ ਬਹੁਤ ਸਾਰੇ ਸਿੱਖ ਲਹਿਰਾਂ ਨਾਲ ਜੁੜੇ ਹੋਏ ਜਿਹੜੇ ਸ਼ਹੀਦ ਨੇ ਉਹਨਾਂ ਦੇ ਵੀ ਜੇ ਦਿਨ ਮਨਾਏ ਜਾਣ, ਅਤੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਪਹਿਲੀ ਗੱਲ ਤਾਂ ਆ ਕਿ ਮੈਂ ਸੰਯੁਕਤ ਕਿਸਾਨ ਮੋਰਚੇ ਦੇ ਹੇਠ ਇਹ ਕੋਈ ਪ੍ਰੋਗਰਾਮ ਨਹੀਂ ਕੀਤਾ। ਮੈਂ ਔਰ ਨਾ ਹੀ ਇਹ ਮੇਰੇ ਫਾਦਰ ਸਾਹਿਬ ਦੀ ਬਰਸੀ ਮਨਾਈ ਆ। ਮੇਰੇ ਫਾਦਰ ਸਾਹਿਬ ਦੀ ਡੈਥ 26 ਸਤੰਬਰ ਨੂੰ ਹੁੰਦੀ ਆ, ਔਰ ਉਹਨਾਂ ਦੀ ਹਰ ਸਾਲ ਬਰਸੀ ਮਨਾਈ ਜਾਂਦੀ ਆ ਉੱਥੇ ਕੁਕੜਾਂ ਵਾਲੇ ਗੇਟ ਦੇ ਵਿੱਚ ਪਾਰਟੀ ਵੱਲੋਂ। ਇਹ ਇੱਕ ਮੈਂ ਪ੍ਰੋਗਰਾਮ ਇੱਕ ਪੰਚਾਇਤ ਕਰਵਾਈ ਸੀਗੀ, ਜਿਹੜੀ ਕਿ ਮੇਰੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਵਰਸੀ ਇੱਕ ਅੱਡ ਗੱਲ ਹੁੰਦੀ ਆ, ਯਾਦ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੂੰ ਸਮਰਪਿਤ ਇੱਕ ਰੈਲੀ ਕਰਵਾਈ ਸੀਗੀ, ਮਹਾਪੰਚਾਇਤ ਕਰਵਾਈ ਸੀਗੀ। ਕਿਉਂਕਿ ਸਾਡੇ ਅਜਨਾਲੇ, ਸਾਡੇ ਇਲਾਕੇ ਮਾਝੇ ਦੇ ਵਿੱਚ
ਬਹੁਤ ਸਾਰੀਆਂ ਪੋਲੀਟੀਕਲ ਰੈਲੀਜ਼ ਹੋਈਆਂ ਸੀਗੀਆਂ ਉਸ ਟਾਈਮ ਤੇ। ਔਰ ਉਸ ਤੋਂ ਪਹਿਲੋਂ ਮੈਂ ਬਹੁਤ ਸਾਰੇ ਲਾਈਕ ਜਿਵੇਂ ਹਰਿਆਣੇ ਦੇ ਵਿੱਚ ਮੈਂ ਮਹਾਪੰਚਾਇਤਾਂ ਅਟੈਂਡ ਕੀਤੀਆਂ ਨੇ, ਰਾਜਸਥਾਨ ਦੇ ਵਿੱਚ ਅਟੈਂਡ ਕੀਤੀਆਂ ਨੇ, ਯੂਪੀ ਦੇ ਵਿੱਚ ਅਟੈਂਡ ਕੀਤੀ ਹੈ। ਸਾਡੇ ਅੰਮ੍ਰਿਤਸਰ ਦੇ ਵਿੱਚ ਮਹਾਪੰਚਾਇਤ ਨਹੀਂ ਹੋਈ ਸੀਗੀ ਕੋਈ ਵੀ, ਔਰ ਲੋਕੀ ਇੰਨੇ ਜ਼ਿਆਦਾ ਜਾਗਰੂਕ ਨਹੀਂ ਸੀਗੇ। ਮਾਝੇ ਦੇ ਵਿੱਚ ਲੋਕੀ ਪਿੰਡਾਂ ਦੇ ਵਿੱਚ ਜਾ ਕੇ ਮੈਨੂੰ ਪਤਾ ਲੱਗਾ ਜਿਵੇਂ ਕਿ ਲੋਕੀ ਜਾਂਦੇ ਨਹੀਂ ਸੀਗੇ, ਆਉਂਦੇ ਸੀਗੇ, ਘੱਟ ਆਉਂਦੇ ਸੀਗੇ ਮੋਰਚੇ ਦੇ ਵਿੱਚ। ਸੋ ਉਸ ਵਾਸਤੇ ਮੈਂ ਪਿੰਡਾਂ ਕਿਉਂਕਿ ਮੇਰੇ ਫਾਦਰ ਸਾਹਿਬ ਕੀਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਸੀਗੇ, ਔਰ 1980 ਜਾਂ 83 ਦੇ ਵਿੱਚ 1980 ਦੇ ਮੇਰੇ ਫਾਦਰ ਸਾਹਿਬ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਜਿਹੜਾ ਗਵਰਨਮੈਂਟ ਦੇ ਨਾਲ ਇੱਕ ਲੜਾਈ ਹੋਈ ਸੀਗੀ, ਉਦੋਂ ਵੀ 100 ਤੋਂ ਉੱਤੇ ਟਰੱਕ ਲੈ ਕੇ ਆਏ ਸੀਗੇ ਉਸ ਇਲਾਕੇ ਨੂੰ, ਪਤਾ ਸਾਰਿਆਂ ਨੂੰ ਪਤਾ ਹੈ ਰਾਈਟ। ਔਰ ਕਿਸਾਨਾਂ ਵਾਸਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਕਿਸਾਨ ਆਗੂ ਰਹੇ ਨੇ ਰਾਈਟ। ਅੱਜ ਜੇ ਜੋਗਿੰਦਰ ਉਗਰਾਹਾਂ ਜੀ ਕੱਲ੍ਹ ਨੂੰ ਬਾਈ ਚਾਂਸ ਕੁਛ ਉਹਨਾਂ ਨੂੰ ਹੁੰਦਾ ਆ, ਨਹੀਂ ਰਹਿੰਦੇ ਹੈ ਨਾ, ਉਹਨਾਂ ਨੂੰ ਇਸ ਮੋਰਚੇ ਦੌਰਾਨ ਸ਼ਹੀਦ ਕਰ ਦਿੱਤਾ ਜਾਂਦਾ ਆ। ਉਹਨਾਂ ਦੀਆਂ ਵੀ ਬੇਟੀਆਂ ਆ, ਕੱਲ੍ਹ ਨੂੰ ਕੋਈ ਹੋਰ ਮੋਰਚਾ ਆਉਂਦਾ ਆ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੂੰ ਸਮਰਪਿਤ ਕੋਈ ਪੰਚਾਇਤ ਨਹੀਂ ਕਰਵਾ ਸਕਦੇ। ਜੇ ਮੈਂ ਕਰਵਾਈ, ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਰਾਈ, ਮੈਂ ਪਿੰਡਾਂ ਦੇ ਵਿੱਚ ਗਈ, ਮੈਨੂੰ ਲੱਗਾ ਕਿ ਮੈਨੂੰ ਜਾਣਾ ਚਾਹੀਦਾ, ਲੋਕਾਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਮੋਰਚੇ ਵੱਲ ਚੱਲੋ, ਕਿਉਂਕਿ ਲੋਕੀ ਨਹੀਂ ਜਾ ਰਹੇ ਸੀਗੇ। ਮੈਡਮ ਇਹ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਬੈਨਰ ਨਹੀਂ ਸੀ ਲੱਗਿਆ ਹੈ? ਨਹੀਂ ਜੀ, ਉੱਥੇ ਇਹ ਕਿਹਾ ਸੀਗਾ ਸੰਯੁਕਤ ਕਿਸਾਨ ਮੋਰਚੇ ਨੂੰ ਸਮਰਪਿਤ। ਸੰਯੁਕਤ ਕਿਸਾਨ ਮੋਰਚੇ ਨੂੰ ਸਮਰਪਿਤ ਤੇ ਕੋਈ ਵੀ ਰੈਲੀ ਕਰਾ ਸਕਦਾ ਆ, ਕੋਈ ਵੀ ਮਹਾਪੰਚਾਇਤ ਕਰਵਾ ਸਕਦਾ ਆ। ਮੈਂ ਸਮਰਪਿਤ ਕੀਤੀ ਸੀਗੀ ਮੈਂ ਉੱਥੇ। ਜੇ ਸਿੱਖੀ ਲਹਿਰ ਦੇ ਸ਼ਹੀਦਾਂ ਨਾਲ ਜਿਹੜੇ ਜੁੜੇ ਹੋਏ ਸ਼ਹੀਦ ਆ, ਜੇ ਉਹਨਾਂ ਨੂੰ ਮੁੱਖ ਰੱਖ ਕੇ ਕੋਈ ਇਦਾਂ ਦਾ ਦੀ ਰੈਲੀ ਕਰਾਉਂਦੇ ਕੋਈ ਤਾਂ ਤੁਹਾਨੂੰ ਕੋਈ ਪ੍ਰੋਬਲਮ? ਉਹਦੇ 'ਚ ਕੀ ਦਿੱਕਤ ਆ? ਉਹ ਵੀ ਕਰਾਉਣ, ਉਹ ਵੀ ਜੇ ਮੇਨ ਇਹਦੇ ਵਿੱਚ ਸਿੱਖੀ ਕਾਮਰੇਡੀ ਕੁਛ ਨਹੀਂ ਆ। ਮੇਨ ਮੁੱਦਾ ਇਹ ਆ ਵੀ ਲੋਕਾਂ ਨੂੰ ਜਾਗਰੂਕ ਕਰਕੇ ਮੋਰਚੇ ਦੇ ਵਿੱਚ ਭੇਜਣਾ। ਜੇ ਕੋਈ ਵੀ ਇਨਸਾਨ ਮੋਰਚੇ ਲੋਕਾਂ ਨੂੰ ਜਾਗਰੂਕ ਕਰਕੇ ਮੋਰਚੇ ਵੱਲ ਭੇਜਣ ਵਾਸਤੇ ਕਿਸਾਨੀ ਸਭਾ ਕਰਵਾ ਰਿਹਾ ਆ, ਉੱਥੇ ਲੀਡਰਾਂ ਨੂੰ ਬੋਲਣ ਵਾਸਤੇ ਬੁਲਾ ਰਿਹਾ ਆ ਤਾਂ ਕਿ ਲੋਕਾਂ ਨੂੰ ਜਾਗਰੂਕ ਕਰਕੇ ਭੇਜਿਆ ਜਾਵੇ, ਇਹ 'ਚ ਮਾੜੀ ਗੱਲ ਕੀ ਆ? ਇਹਦੇ ਵਿੱਚ ਸਿੱਖੀ ਕੌਮ ਕਿੱਥੋਂ ਆ ਗਈ? ਮੈਂ ਵੀ ਤਾਂ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ, ਮੈਂ ਵੀ ਸਿੱਖ ਹਾਂ। ਕਿਹਨੇ ਕਿਹਾ ਮੈਂ ਸਿੱਖਣੀ ਆ? ਇਹਦੇ ਆਪਾਂ ਸਾਰੇ ਸਿੱਖ ਹਾਂ। ਕਾਮਰੇਡ ਇੱਕ ਵਿਚਾਰਧਾਰਾ ਆ, ਵਿਚਾਰਧਾਰਾ ਕੋਈ ਵੀ ਅਡੋਪਟ ਕਰ ਸਕਦਾ ਆ। ਅੱਜ ਮੇਰੇ ਫਾਦਰ ਨਾਲੇ ਕਾਮਰੇਡ ਵਿਚਾਰਧਾਰਾ ਕਿੱਥੋਂ ਆਈ ਹੈ? ਸਾਡੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਕਿਰਤ ਕਰੋ ਵੰਡ ਕੇ ਛਕੋ, ਔਰ ਕਾਮਰੇਡ ਵਿਚਾਰਧਾਰਾ ਦੇ ਵਿੱਚ ਆ ਕਿ ਕਿਰਤ ਕਰੋ ਵੰਡ ਕੇ ਛਕੋ, ਮਤਲਬ ਇਕੁਅਲ ਵੰਡੋ ਸਾਰਿਆਂ ਦੇ ਵਿੱਚ। ਔਰ ਕਾਮਰੇਡ ਕਿਹਦੇ ਖਿਲਾਫ ਲੜਦੇ ਆ? ਗਵਰਨਮੈਂਟ ਦੇ ਖਿਲਾਫ ਲੜਦੇ ਆ, ਲੋਕਾਂ ਦੇ ਹੱਕਾਂ ਵਾਸਤੇ ਲੜਦੇ ਆ ਰਾਈਟ। ਔਰ ਇਹਦੇ ਵਿੱਚ ਸਿੱਖੀ ਦੀ ਤੇ ਕਾਮਰੇਡਾਂ ਦੀ ਗੱਲ ਕਿੱਥੋਂ ਆ ਗਈ? ਮਤਲਬ ਸਾਡੀ ਆਪਸ 'ਚ ਤਾਂ ਕੋਈ ਲੜਾਈ ਨਹੀਂ ਗੀ। ਆਪਸ 'ਚ ਕਿਉਂ ਲੜਾਈ ਹੋਊਗੀ ਜਦੋਂ ਖੁਦ ਹੀ ਆਪਾਂ ਸਿੱਖ ਹਾਂ? ਵਿਚਾਰਧਾਰਾ ਦੇ ਕਿਸੇ ਦੀ ਵੀ ਕੋਈ ਵੀ ਹੋ ਸਕਦੀ ਆ, ਕਿਸੇ ਦੀ ਕਾਮਰੇਡ ਹੋ ਸਕਦੀ ਹੈ, ਕਿਸੇ ਦੀ ਨਕਸਲੀ ਹੋ ਸਕਦੀ ਹੈ, ਕੋਈ ਬਹੁਤ ਜ਼ਿਆਦਾ ਰਿਲੀਜੀਅਸ ਪਰਸਨ ਹੋ ਸਕਦਾ ਆ। ਮੇਰੀ ਗ੍ਰੈਂਡ ਮਦਰ ਨੇ ਅੰਮ੍ਰਿਤ ਛਕਿਆ ਸੀਗਾ, ਉਹ ਬਹੁਤ ਰਿਲੀਜੀਅਸ ਸੀਗੇ। ਮੇਰੇ ਫਾਦਰ ਹੁਣੀ 4 ਭਰਾ ਸੀਗੇ, 3 ਟੀਚਰ ਸੀਗੇ ਗਵਰਨਮੈਂਟ, ਇੱਕ ਮੰਡੀ ਬੋਰਡ ਇੰਸਪੈਕਟਰ ਸੀਗੇ। ਮੇਰੇ ਫਾਦਰ ਨੇ ਕਾਮਰੇਡ ਲਾਈਨ ਚੁਣੀ, ਉਹਨਾਂ ਨੇ ਸੋਸ਼ਲ ਵਰਕ ਚੁਣਿਆ ਕਿ ਮੈਂ ਆਪਣੀ ਜ਼ਿੰਦਗੀ ਲੋਕਾਂ ਦੇ ਕੰਮਾਂ ਵਾਸਤੇ ਦਊਂਗਾ। ਐਂਡ ਹੀ ਵਾਜ਼ ਅ ਵੈਲ ਐਜੂਕੇਟਿਡ ਪਰਸਨ। ਉਹ ਜੇਲ੍ਹ 'ਚ ਵੀ ਰਹੇ, ਉਹਨਾਂ ਨੇ 15-20 ਆਈ ਥਿੰਕ 20 ਡੇਜ਼ ਦੇ ਵਿੱਚ ਉਹਨਾਂ ਨੇ ਟੌਪਰ ਸੀਗੇ, ਉਹ ਗਿਆਨੀ ਕੀਤੀ ਉਹਨਾਂ ਨੇ। ਰਾਵਲ ਦਸਤਾ ਮੈਗਜ਼ੀਨ ਕੱਢਦੇ ਸੀਗੇ ਗਵਰਨਮੈਂਟ ਦੇ ਖਿਲਾਫ। ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ, ਉਹਨਾਂ ਨੂੰ ਤਸੱਈਏ ਦਿੱਤੇ, ਉਹਨਾਂ ਦੀ ਅੱਖਾਂ ਦੀ ਨਜ਼ਰ ਵੀ ਚਲੇ ਗਈ ਸੀਗੀ, ਖੂਨ ਆ ਗਿਆ ਸੀਗਾ। ਪੁਲਿਸ ਉਹਨਾਂ ਦੇ ਪਿੱਛੇ ਹਮੇਸ਼ਾ ਰਹਿੰਦੀ ਸੀਗੀ ਕਿਉਂਕਿ ਉਹ ਗਵਰਨਮੈਂਟ ਦੇ ਖਿਲਾਫ ਬੋਲਦੇ ਸੀਗੇ। ਔਰ ਜਿਹੜਾ ਇਨਸਾਨ ਗਵਰਨਮੈਂਟ ਦੇ ਖਿਲਾਫ ਬੋਲਦਾ, ਅੱਜ ਅਸੀਂ ਵੀ ਤਾਂ ਗਵਰਨਮੈਂਟ ਦੇ ਖਿਲਾਫ ਬੋਲਦੇ ਹਾਂ। ਜਦੋਂ ਅਸੀਂ ਬੋਲਦੇ ਹਾਂ, ਸਾਡਾ ਫੇਸਬੁੱਕ ਸਾਡੇ 'ਤੇ ਕੀ ਤਸੱਈਏ ਕਰ ਸਕਦੇ? ਵੱਧ ਤੋਂ ਵੱਧ ED ਦਾ ਡਰ ਪਾ ਦੇਣਗੇ ਜਾਂ ਫਿਰ ਤੁਹਾਡੇ ਸੋਸ਼ਲ ਅਕਾਊਂਟਸ ਬੰਦ ਕਰ ਦੇਣਗੇ, ਵੱਧ ਤੋਂ ਵੱਧ ਇਹੀ ਹੋਊਗਾ ਨਾ। ਉਹਨਾਂ ਨੂੰ ਫੜਿਆ ਜਾਂਦਾ ਸੀਗਾ, ਪੁਲਿਸ ਫੜਦੀ ਸੀਗੀ, ਮਾਰਕੁੱਟ ਕਰਦੀ ਸੀਗੀ ਰਾਈਟ। ਉਹ ਫਿਰ ਵੀ ਲੋਕਾਂ ਵਾਸਤੇ ਬੋਲਦੇ ਸੀਗੇ, ਲੋਕਾਂ ਵਾਸਤੇ ਲੜਦੇ ਸੀਗੇ ਜੋ ਟਾਈਮ ਸੀਗਾ। ਔਰ ਬੇਸਿਕਲੀ ਜੋ ਪਾਪਾ ਬਾਰੇ ਗੱਲਾਂ ਕਰਦੇ ਨੇ ਲੋਕੀ, ਮੈਂ ਕਹਿਣਾ ਚਾਹੁੰਦੀ ਹਾਂ ਵੀ ਬਹੁਤ ਸਾਰੇ ਲੋਕਾਂ ਦੀ ਕਾਮਰੇਡ ਬਾਰੇ ਬੋਲਦੇ ਆ, ਇਹ ਬੋਲਦੇ ਨੇ। ਮੇਰੇ ਫਾਦਰ ਸਾਹਿਬ ਨੇ 2 ਇਲੈਕਸ਼ਨਸ ਲੜੀਆਂ MLA ਦੀਆਂ, ਔਰ ਮੇਰੇ ਫਾਦਰ ਸਾਹਿਬ ਨੂੰ 10,000 ਤੋਂ ਉੱਤੇ ਵੋਟ ਪਈ, ਜਿੱਤਣ ਵਾਲੇ ਕੈਂਡੀਡੇਟ ਨੂੰ 14,000 ਕੁਛ ਪਈ। ਜੇ ਇਨਸਾਨ ਇੰਨਾ ਮਾੜਾ, ਉਹਨੂੰ ਇੰਨੀਆਂ ਵੋਟਾਂ ਕਿਵੇਂ ਪੈ ਗਈਆਂ? ਇਹ ਵੀ ਪਤਾ ਕਰਨਾ ਚਾਹੀਦਾ ਆ ਲੋਕਾਂ ਨੂੰ। ਹਿਸਟਰੀ ਕੱਢਣੀ ਚਾਹੀਦੀ ਆ, ਪੜ੍ਹਨਾ ਚਾਹੀਦਾ ਆ ਵੀ ਉਸ ਇਨਸਾਨ ਨੂੰ ਇੰਨੀਆਂ ਵੋਟਾਂ ਕਿਵੇਂ ਪਈਆਂ। ਉਸ ਇਨਸਾਨ ਨੂੰ, ਉਹ ਇਨਸਾਨ 16 ਸਾਲ ਸਰਪੰਚ ਪਿੰਡ ਦਾ ਸਹਿ ਸੰਮਤੀ ਦੇ ਨਾਲ, ਮੇਰੇ ਗ੍ਰੈਂਡਫਾਦਰ ਸਰਪੰਚ ਸੀਗੇ, ਸਹਿ ਸੰਮਤੀ ਦੇ ਨਾਲ। ਇਹ ਕਿਵੇਂ?
ਲੋਕੀ ਇੰਨਾ ਪਿਆਰ ਕਰਦੇ ਆ। ਭਗਤ ਸਿੰਘ ਬਿਲਗਾ ਉਹ ਵੀ ਗਲਤ ਹੋ ਗਏ ਜਿਨ੍ਹਾਂ ਨੇ ਮੇਰੇ ਫਾਦਰ ਸਾਹਿਬ ਦੇ ਗੇਟ ਦਾ ਨੀਂਹ ਪੱਥਰ ਰੱਖਿਆ। ਮੇਰੇ ਫਾਦਰ ਸਾਹਿਬ ਦੀ ਬਰਸੀ ਮਨਾਉਂਦੇ ਸੀਗੇ, ਆਉਂਦੇ ਸੀਗੇ। ਮੇਰੇ ਕੋਲ ਬਹੁਤ ਕੁਛ ਆ, ਮੇਰੇ ਕੋਲ ਪਿਆ ਹੋਇਆ ਬਹੁਤ ਸਾਰੀਆਂ ਚੀਜ਼ਾਂ ਨੇ ਮੈਂ, ਬਟ ਇਹ ਸਾਰਾ ਕੁਛ ਇਸ ਕਰਕੇ ਨਹੀਂ ਬੋਲਦੀ ਕਿਉਂਕਿ ਮੈਂ ਫੋਟੋਗ੍ਰਾਫ ਸ਼ੇਅਰ ਕੀਤੀ ਸੀਗੀ ਗਦਰੀ ਬਾਬੇ ਭਗਤ ਸਿੰਘ ਬਿਲਗਾ ਜੀ ਦੀ, ਮੈਨੂੰ ਚੁੱਕਿਆ ਹੋਇਆ ਸੀਗਾ ਉਹਨਾਂ ਨੇ ਬਚਪਨ ਦੇ ਵਿੱਚ। ਬਿਕਾਜ਼ ਮੈਨੂੰ ਲੱਗਦਾ ਵੀ ਮੋਰਚਾ ਜ਼ਿਆਦਾ ਇੰਪੋਰਟੈਂਟ ਹੈ ਇਸ ਟਾਈਮ 'ਤੇ, ਸੋਨੀਆ ਮਾਨ ਜ਼ਿਆਦਾ ਇੰਪੋਰਟੈਂਟ ਨਹੀਂ ਗੀ। ਮੋਰਚਾ ਫਤਿਹ ਕਰਨਾ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਇਹ ਸਰਕਾਰ ਦੀ ਤੇ ਜ਼ੋਰ ਲੱਗਾ ਆ ਇੱਕ ਦੂਜੇ ਦੀਆਂ ਗੱਲਾਂ 'ਚ ਉਲਝਾਉਣਾ, ਇੱਕ ਦੂਜੇ ਦੀਆਂ ਗੱਲਾਂ ਦੇ ਵਿੱਚ ਲੜਾਉਣਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਮੈਂ ਇੰਨੀ ਇੰਪੋਰਟੈਂਟ ਨਹੀਂ ਗੀ ਹਜੇ। ਮੈਂ ਤਾਂ ਸਿਰਫ ਲੋਕਾਂ ਦੀ ਸੇਵਾ ਕਰਨ ਵਾਸਤੇ ਇਸ ਅੰਦੋਲਨ ਦੇ ਵਿੱਚ ਆਈ ਸੀਗੀ, ਔਰ ਨਾ ਮੈਨੂੰ ਇਹ ਕੋਈ ਕਹਿ ਸਕਦਾ ਕਿ ਇਹ ਸੋਨੀਆ ਮਾਨ ਕਾਮਰੇਡ ਆ। ਮੇਰੇ ਫਾਦਰ ਸਾਹਿਬ ਕਾਮਰੇਡ ਸੀਗੇ, ਉਹਨਾਂ ਦੀ ਉਹ ਵਿਚਾਰਧਾਰਾ ਸੀਗੀ, ਉਹਨਾਂ ਨੇ ਲੈਨਨ ਬੁੱਕ ਪੜ੍ਹੀ ਸੀਗੀ। ਤੁਸੀਂ ਜੇ ਤੁਹਾਡੇ ਪਿਤਾ ਜੀ ਕਾਮਰੇਡ ਸੀ, ਤੁਸੀਂ ਉਸ ਵਿਚਾਰਧਾਰਾ ਬਾਰੇ ਸਮਝਣ ਦਾ ਕਦੇ ਯਤਨ ਕੀਤਾ ਜਾਂ ਕੋਸ਼ਿਸ਼ ਕੀਤੀ ਹੈ ਵੀ ਉਸ ਵਿਚਾਰਧਾਰਾ 'ਤੇ ਤੁਰਿਆ ਜਾਵੇ? ਵੇਖੋ ਜੀ, ਮੇਰਾ ਬਚਪਨ ਜਿਹੜਾ ਆ ਦੇਸ਼ ਭਗਤ ਯਾਦਗਾਰ ਹਾਲ, ਰੈਲੀਆਂ ਦੇ ਵਿੱਚ, ਧਰਨਿਆਂ ਦੇ ਵਿੱਚ ਬੀਤਿਆ। ਮੈਂ ਆਪਣੇ ਮੰਮਾ ਨਾਲ ਜਾਣੀ ਰਹੀ ਹਾਂ, ਬਟ ਮੈਂ ਲੈਨਨ ਨਹੀਂ ਪੜ੍ਹਿਆ, ਮੈਂ ਕਾਰਲ ਮਾਰਕਸ ਨਹੀਂ ਪੜ੍ਹਿਆ। ਮੈਂ ਇੱਕ ਨੋਰਮਲ ਬੱਚਾ ਜਿਸ ਤਰੀਕੇ ਨਾਲ ਸਕੂਲ 'ਚ ਪੜ੍ਹਦਾ, ਵੱਡਾ ਹੁੰਦਾ, ਗੁਰਦੁਆਰਾ ਸਾਹਿਬ ਜਾਂਦਾ। ਮੇਰੀ ਦਾਦੀ ਮਾਂ ਨੇ ਔਰ ਜਾਂ ਮੇਰੇ ਮਾਸੜ ਜੀ ਨੇ ਮੇਰੀ ਟੇਕ ਕੇਅਰ ਕੀਤੀ ਹੈ ਨਾ, ਮੇਰੀ ਮਾਸੀ ਨੇ, ਮੇਰੇ ਫਾਦਰ ਤੋਂ ਬਾਅਦ ਸਾਰਿਆਂ ਨੇ ਮਿਲ ਕੇ। ਸੋ ਮੈਂ ਮਤਲਬ ਮੇਰੀ ਕਮਿਊਨਿਸਟ ਵਿਚਾਰਧਾਰਾ ਬਾਰੇ ਜੋ ਮੈਂ ਕਹਾਂ ਕਿ ਜੇ ਕਮਿਊਨਿਸਟ ਵਿਚਾਰਧਾਰਾ ਦਾ ਮਤਲਬ ਇਹ ਆ ਜੋ ਮੈਂ ਤੁਹਾਨੂੰ ਕਿਹਾ ਕਿਰਤ ਕਰੋ ਵੰਡ ਕੇ ਛਕੋ, ਤੇ ਫਿਰ ਮੈਂ ਕਹਿ ਸਕਦੀ ਹਾਂ ਵੀ ਮੈਂ ਕਮਿਊਨਿਸਟ ਹਾਂ। ਜੇ ਕਮਿਊਨਿਸਟ ਵਿਚਾਰਧਾਰਾ ਦਾ ਮਤਲਬ ਜੋ ਮੇਰੇ ਫਾਦਰ ਸਾਹਿਬ ਨੇ ਆਖਰੀ ਚਿੱਠੀ ਦੇ ਵਿੱਚ ਮੈਨੂੰ ਲਿਖਿਆ ਸੀਗਾ ਵੀ ਸਾਰੇ ਧਰਮਾਂ ਦੀ ਰਿਸਪੈਕਟ ਕਰੀ ਔਰ ਕਿਤੇ ਇਹਨਾਂ ਦੇ ਵਿੱਚ ਵੰਡੀਆਂ ਦੇ ਵਿੱਚ ਵੰਡੀ ਨਾ ਜਾਈ, ਇਸ ਤੋਂ ਉੱਠ ਕੇ ਇੱਕ ਇਨਸਾਨ ਬਣਨ ਦੀ ਕੋਸ਼ਿਸ਼ ਕਰੀ, ਤੇ ਠੀਕ ਆ। ਫਿਰ ਮੈਂ ਮੇਰੀ ਇਨਸਾਨੀਅਤ ਮੇਰੇ 'ਚ ਹਜੇ ਹੈਗੀ ਔਰ ਹਮੇਸ਼ਾ ਰਹੂਗੀ। ਮੈਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੀ ਹਾਂ। ਮੈਂ ਕਹਿੰਦੀ ਹਾਂ ਵੀ ਇੱਕ ਹਿਊਮਨ ਬੀਇੰਗ ਬਣ ਕੇ ਵੇਖਣਾ ਚਾਹੀਦਾ। ਹਿੰਦੂ, ਮੁਸਲਿਮ, ਸਿੱਖ ਸਾਰਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਆ। ਕਿਸੇ ਦੀ ਵੀ ਡਿਸਰਿਸਪੈਕਟ ਨਹੀਂ ਕਰਨੀ ਚਾਹੀਦੀ, ਕਿਸੇ ਦੇ ਧਰਮ ਦੀ ਡਿਸਰਿਸਪੈਕਟ ਨਹੀਂ ਕਰਨੀ ਚਾਹੀਦੀ। ਸਰਕਾਰਾਂ ਦਾ ਹਮੇਸ਼ਾ ਜ਼ੋਰ ਲੱਗਦਾ ਤੁਹਾਨੂੰ ਧਰਮਾਂ ਦੇ ਨਾਮ 'ਤੇ ਵੰਡ ਕੇ ਲੜਾਈਆਂ ਕਰਾਉਣੀਆਂ। ਕਿ ਇੱਕ ਨਵੀਂ ਗੱਲ ਉੱਠੀ ਹੈ, ਪਰਸੋਂ ਦੀ ਗੱਲ ਹੈ ਕਿ ਦੀਪ ਸਿੱਧੂ ਜੀ ਨੇ ਇੱਕ ਬਿਆਨ ਦਿੱਤਾ ਕਿ ਹਰਿਆਣਾ ਜਿਹੜਾ ਜੇ ਇਕੱਲਾ ਹੁੰਦਾ ਤਾਂ ਉਹ ਜੰਗ ਜਿੱਤ ਨਹੀਂ ਸੀ ਸਕਦਾ, ਪੁਲਿਸ ਮੂਹਰੇ ਖੜ੍ਹ ਨਹੀਂ ਸੀ ਹੋਣਾ। ਸ਼ਹੀਨ ਬਾਗ ਦਾ ਵੀ ਜ਼ਿਕਰ ਉਹਨਾਂ ਨੇ ਕੀਤਾ ਕਿ ਉੱਥੋਂ ਵੀ ਪੁਲਿਸ ਨੇ ਕੁੱਟ-ਕੁੱਟ ਭਜਾਤੇ ਸੀ, ਅਤੇ ਪੰਜਾਬ ਖੜ੍ਹਾ, ਜੇ ਨਿਸ਼ਾਨ ਸਾਹਿਬ ਲੈ ਕੇ ਖੜ੍ਹਾ, ਪੰਜਾਬ ਦੇ ਲੋਕ ਖੜ੍ਹੇ ਆ ਤਾਂ ਹੀ ਇਹ ਕਿਸਾਨ ਸੰਘਰਸ਼ ਆ ਜਿਹੜਾ ਜਿਉਂਦਾ ਆ, ਚੱਲ ਰਿਹਾ, ਅਤੇ ਜਿੰਨੀ ਦੇਰ ਪੰਜਾਬ ਖੜ੍ਹਾ ਉਨੀ ਦੇਰ ਹੀ ਚੱਲ ਸਕਦਾ। ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਵੇਖੋ ਜੀ, ਇਹੋ ਜਿਹੀ ਬਿਆਨਬਾਜ਼ੀ ਤਾਂ ਕਰਨੀ ਨਹੀਂ ਚਾਹੀਦੀ। ਪਹਿਲੀ ਗੱਲ ਤਾਂ ਆ ਠੀਕ ਆ, ਹਰਿਆਣਾ ਪੰਜਾਬ ਇਕੱਠਾ ਹੋ ਕੇ ਇੰਨੇ ਸਾਲਾਂ ਬਾਅਦ ਇੱਕ ਪੁਰਾਣਾ ਪੰਜਾਬ ਬਣਿਆ। ਠੀਕ ਆ, ਹਰਿਆਣੇ ਦੇ ਲੋਕਾਂ ਦੇ ਵਿੱਚ ਜੋ ਇੱਕ ਕਹਿੰਦੇ ਆ ਇੰਨਾ ਕੁ ਜ਼ਿਆਦਾ ਅੰਦਰੋਂ ਉਹ ਹੈਗੀ ਆ ਨਾ ਪਾਵਰ, ਮੈਂ ਕਹਿ ਸਕਦੀ ਹਾਂ ਵੀ ਉਹ ਇਨਸਾਨ ਇੰਨੇ ਕੁ ਜ਼ਿਆਦਾ ਵੀ ਉਹਨਾਂ ਨੂੰ ਹੁੰਦਾ ਵੀ ਕਦੋਂ ਆਪਾਂ ਕਿਸੇ ਨੂੰ ਕੱਟੀਏ, ਮਰੀਏ। ਸ਼ਹੀਦੀਆਂ ਦੇਣ ਵਾਸਤੇ ਸਭ ਤੋਂ ਅੱਗੇ ਰਹਿੰਦੇ ਨੇ ਹਰਿਆਣਵੀ। ਹੁਣ ਪਿੱਛੇ ਤੁਸੀਂ ਦੇਖਿਆ ਖੱਟਰ ਦਾ ਹੈਲੀਕਾਪਟਰ ਤੱਕ ਨਹੀਂ ਉਤਰਨ ਦਿੰਦੇ, ਉਹਨਾਂ ਵਾਸਤੇ ਵੀ ਸਾਡੀਆਂ ਹਰਿਆਣੇ ਦੀਆਂ ਜਿਹੜੀਆਂ ਬਜ਼ੁਰਗ ਮਾਵਾਂ 'ਤੇ ਵੀ ਇੰਨੇ ਤਸ਼ੱਦਦ ਦਿੱਤੇ ਗਏ, ਸਿਰ ਤੱਕ ਤੇ ਪੱਥਰ ਮਾਰਿਆ ਗਿਆ, ਫਿਰ ਵੀ ਉਹ ਹਟੀਆਂ ਨਹੀਂ। ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ, ਇੱਕ ਹਰਿਆਣਵੀ ਮੇਰੀ ਤਾਈ ਜੀਬ ਨੂੰ ਭਜਾਉਂਦੀ ਪਈ ਸੀਗੀ, ਉਹਨਾਂ ਦੇ ਵਿੱਚ ਇੰਨੀ ਡਟ ਕੇ ਕ੍ਰਾਂਤੀ, ਮਤਲਬ ਮੈਂ ਉਹਨਾਂ ਤੋਂ ਖੁਦ ਨੂੰ ਇੰਕਰੇਜਮੈਂਟ ਮਿਲਦੀ ਆ ਮੈਨੂੰ ਉਹਨਾਂ ਨੂੰ ਵੇਖ ਕੇ ਕਿ ਇੰਨੀ ਜ਼ਿਆਦਾ ਕ੍ਰਾਂਤੀਕਾਰੀ ਨੇ ਉਹ। ਉਹਨਾਂ ਦੇ ਹਰ ਇੱਕ ਘਰ ਦੇ ਵਿੱਚ ਭਗਤ ਸਿੰਘ ਦੀ ਫੋਟੋ ਮਿਲਦੀ ਹੈ, ਜਿੱਥੇ ਕਿ ਸਾਨੂੰ ਲਾਉਣੀਆਂ ਚਾਹੀਦੀਆਂ ਭਗਤ ਸਿੰਘ ਦੀਆਂ ਫੋਟੋਆਂ ਉਹਨਾਂ ਦੇ ਘਰ ਦੇ ਵਿੱਚ। ਉਹ ਬਹੁਤ ਸੰਘਰਸ਼ੀ ਲੋਕ ਨੇ, ਆਪਾਂ ਨੂੰ ਉਹਨਾਂ ਬਾਰੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਉਹਨਾਂ ਬਾਰੇ ਕਿ ਆਪਾਂ ਤਾਂ ਹਮੇਸ਼ਾ ਇਹ ਸੋਚਦੇ ਹਾਂ ਹਰਿਆਣਾ ਪੰਜਾਬ ਅੱਡ ਕਦੋਂ ਆ, ਇਕੱਠਾ ਆ ਔਰ ਹਮੇਸ਼ਾ ਇਕੱਠਾ ਰਹੂਗਾ ਹਰਿਆਣਾ ਪੰਜਾਬ, ਰਾਈਟ। ਪੁਰਾਣਾ ਪੰਜਾਬ ਆ ਸਾਡਾ। ਔਰ ਦੂਜੀ ਗੱਲ ਰਹੀ ਸਾਡੇ ਨਿਸ਼ਾਨ ਸਾਹਿਬ ਦੀ, ਸਾਡੇ ਨਿਸ਼ਾਨ ਸਾਹਿਬ ਆਪਾਂ ਰਿਸਪੈਕਟ ਕਰਦੇ ਹਾਂ, ਸਾਡੇ ਗੁਰੂ ਦਾ ਦਿੱਤਾ ਹੋਇਆ ਨਿਸ਼ਾਨ ਸਾਹਿਬ ਆ। ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦਾ ਆ, ਬਟ ਆਪਾਂ ਬਾਰ-ਬਾਰ ਆਪਣੇ ਨਿਸ਼ਾਨ ਸਾਹਿਬ ਦੀ ਗੱਲ ਕਿਉਂ ਕਰੀਏ ਵਿੱਚ? ਆਪਾਂ ਇਹ ਗੱਲ ਬਾਰ-ਬਾਰ ਉੱਠ ਕਿਉਂ ਰਹੀ ਆ? ਜਿਵੇਂ ਦੀਪ ਸਿੱਧੂ ਵੱਲੋਂ ਇਹ ਗੱਲ ਕਹੀ ਕਿਉਂ ਗਈ ਹੈ? ਕਿਉਂਕਿ ਹਰਿਆਣਾ ਪਹਿਲੇ ਦਿਨ ਤੋਂ ਕਿਸਾਨ ਸੰਘਰਸ਼ 'ਚ ਨਾਲ ਖੜਾ, ਪਰ ਹੁਣ ਇਹ ਗੱਲ ਜੇ ਸਵਾਲ ਉੱਠਿਆ ਤਾਂ ਕਿਉਂ ਉੱਠਿਆ? ਜੇ ਹਰਿਆਣਾ ਸਪੋਰਟ ਨਾ ਕਰਦਾ ਪੰਜਾਬ ਨੂੰ, ਕੀ ਗੱਲ ਪੰਜਾਬ ਪਹੁੰਚ ਜਾਂਦਾ ਦਿੱਲੀ? ਹਰਿਆਣੇ ਨੇ ਸਪੋਰਟ ਕੀਤਾ ਸਾਨੂੰ,
ਹਰਿਆਣੇ ਦੇ ਵਿੱਚ ਬੀਜੇਪੀ ਗਵਰਨਮੈਂਟ ਸੀਗੀ, ਹਰਿਆਣਾ ਵਾਲਿਆਂ ਨੂੰ ਸਪੋਰਟ ਨਹੀਂ ਕੀਤਾ ਸੀਗਾ ਬੀਜੇਪੀ ਗਵਰਨਮੈਂਟ ਨੇ। ਉੱਥੋਂ ਸਰਕਾਰ ਹੁੰਦੇ ਹੋਏ ਵੀ ਉਹਨਾਂ ਨੇ ਪਰਚੇ ਕਰਾਏ ਆਪਣੇ ਉੱਤੇ, ਉਹਨਾਂ ਨੇ ਆਪਣੇ ਉੱਤੇ ਲਾਠੀ ਚਾਰਜ ਸਿਆ, ਉਹਨਾਂ ਨੇ ਬੈਰੀਗੇਡ ਤੋੜੇ। ਹਰਿਆਣਾ ਨੇ ਕਿੱਥੋਂ ਤੁਸੀਂ ਹਰਿਆਣੇ ਦਾ ਦੇਣ ਦੇ ਲੋਗੇ? ਹਰਿਆਣਾ ਨਾ ਹੁੰਦਾ ਅੱਜ ਹਰਿਆਣਾ ਦੇ ਸਿਰ ਤੇ ਆਪਾਂ ਬੈਠੇ ਹਾਂ ਦਿੱਲੀ ਦੇ ਵਿੱਚ। ਇੰਨੀ ਸੇਵਾ ਉਹਨਾਂ ਨੇ ਕੀਤੀ ਆ, ਲੰਗਰ ਕਿਹਨੂੰ ਕਹਿੰਦੇ ਆ, ਲੱਸੀ, ਪਿੰਡਾਂ ਤੋਂ ਸਬਜ਼ੀਆਂ, ਇੰਨੀ ਸੇਵਾ ਕਰਦੇ ਨੇ ਉਹ ਲੋਕੀ ਤੇ ਜਾਨ ਦੇਣ ਨੂੰ ਫਿਰਦੇ ਆ ਪੰਜਾਬ ਵਾਲਿਆਂ ਵਾਸਤੇ। ਤੇ ਇਹੋ ਜਿਹੀ ਜਿਹੜਾ ਵੀ ਬੰਦਾ ਇਹੋ ਜਿਹੀਆਂ ਗੱਲਾਂ ਕਰਦਾ ਨਾ, ਉਹ ਸਾਡਾ ਉਹ ਵੈਲ ਵਿਸ਼ਰ ਨਹੀਂ ਹੋ ਸਕਦਾ। ਸਾਡੀ ਯੂਨਿਟੀ ਜਿਹੜੀ ਹਰਿਆਣੇ ਪੰਜਾਬ ਦੀ ਆ ਨਾ, ਉਹ ਐਵੇਂ ਹੀ ਰਹੂਗੀ। ਫਿਰ ਭਾਵੇਂ ਆਹ ਮੋਰਚਾ ਆ, ਭਾਵੇਂ ਕੱਲ੍ਹ ਨੂੰ ਕੋਈ ਹੋਰ ਮੋਰਚਾ ਆ, ਹਮੇਸ਼ਾ ਅਸੀਂ ਹਰਿਆਣੇ ਵਾਸਤੇ ਖੜ੍ਹੇ ਹਾਂ, ਹਰਿਆਣਾ ਪੰਜਾਬ ਵਾਸਤੇ ਖੜ੍ਹਿਆ ਆ। ਸਾਡੇ ਵਿੱਚ ਕੋਈ ਵਿਤਕਰਾ ਨਹੀਂ ਹੈਗਾ ਤੇ ਨਾ ਆਪਾਂ ਪਾਉਣਾ ਚਾਹੁੰਦੇ ਹਾਂ। ਆਪਾਂ ਹਰਿਆਣੇ ਬਿਨਾਂ ਨਹੀਂ ਸਫਲ ਕਰ ਸਕਦੇ। ਮੇਰਾ ਮੈਡਮ ਸਵਾਲ ਇਹ ਸੀ ਵੀ ਟਾਰਗੇਟ ਕਿਉਂ ਕੀਤਾ ਜਾਂਦਾ? ਜਿਵੇਂ ਤੁਸੀਂ ਕਿਸਾਨ ਸੰਘਰਸ਼ 'ਚ ਜੁੜੇ ਹੋ, ਪਹਿਲੇ ਦਿਨ ਤੋਂ ਚੱਲ ਰਹੇ ਹੋ, ਕਰ ਰਹੇ ਹੋ, ਸੰਘਰਸ਼ ਦੇ ਵਿੱਚ ਜੁੜੇ ਹੋਏ ਹੋ, ਤੇ ਤੁਹਾਨੂੰ ਵੀ ਟਰੋਲ ਕੀਤਾ ਜਾਂਦਾ। ਜੇ ਹਰਿਆਣੇ ਵਾਲੇ ਨਾਲ ਖੜ੍ਹੇ ਆ, ਜਦੋਂ 26 ਦੀ ਘਟਨਾ ਵਾਪਰੀ ਆ ਤਾਂ ਪੰਜਾਬ ਦੇ ਬਹੁਤ ਸਾਰੇ ਲੋਕ ਸੀ ਜਿਹੜੇ ਵਾਪਸ ਵੀ ਆਏ, ਬਹੁਤ ਸਾਰੇ ਲੋਕ ਉੱਥੇ ਡਟੇ ਵੀ ਹੋਏ ਸੀ ਜਿਹੜੇ ਜਥੇਬੰਦੀਆਂ ਨਾਲ ਜੁੜੇ ਹੋਏ ਆ, ਤੇ ਹਰਿਆਣੇ ਵਾਲੇ ਬਹੁਤ ਵੱਡੀ ਗਿਣਤੀ ਦੇ ਵਿੱਚ 26 ਦੀ ਘਟਨਾ ਤੋਂ ਬਾਅਦ ਉੱਥੇ ਆਏ। ਪਰ ਇਹਨਾਂ ਨੂੰ ਸਵਾਲ ਕਿਉਂ ਕੀਤਾ ਜਾਂਦਾ, ਛੁਟਿਆ ਕੇ ਕਿਉਂ ਦੇਖੇ ਜਾਂਦੇ? ਉਹਦੇ ਪਿੱਛੇ ਕਾਰਨ ਕੀ ਲੱਗਦਾ? ਕਾਰਨ ਇਹੀ ਹੈ ਵੀ ਇਹਨਾਂ ਨੂੰ ਡਰ ਲੱਗ ਰਿਹਾ ਹੈ ਗਵਰਨਮੈਂਟ ਵਾਲਿਆਂ ਨੂੰ। ਗਵਰਨਮੈਂਟ ਦੇ ਕੁਛ ਗਵਰਨਮੈਂਟ ਦੀਆਂ ਗੱਲਾਂ ਨੇ ਵੀ ਹਰਿਆਣਾ ਪੰਜਾਬ ਦਾ ਭਾਈਚਾਰਾ ਤੋੜਨ ਦੀਆਂ ਗੱਲਾਂ, ਵੀ ਉਹਨਾਂ ਨੂੰ ਪਤਾ ਹੈ ਕਿ ਹਰਿਆਣੇ ਵਾਲੇ ਥੋੜ੍ਹੇ ਗਰਮ ਖਿਆਲੀ ਆ, ਥੋੜ੍ਹਾ ਭੜਕਣਗੇ ਇਸ ਗੱਲ ਦੇ ਉੱਤੇ ਅਤੇ ਇੱਧਰੋਂ ਲੜਾਈ ਹੋਊਗੀ। ਬਟ ਆਪਾਂ ਬਹੁਤ ਸਮਝਦਾਰ ਹਾਂ, ਹਰਿਆਣੇ ਵਾਲੇ ਵੀ ਬਹੁਤ ਸਮਝਦਾਰ ਆ। SYL ਦਾ ਮੁੱਦਾ ਚੱਕਿਆ ਇਹਨਾਂ ਨੇ ਪਹਿਲੋਂ, ਪਰ ਹਰਿਆਣਾ ਪੰਜਾਬ ਦੀ ਲੜਾਈ ਕਰਾਉਣ ਦੀ ਕੋਸ਼ਿਸ਼ ਕੀਤੀ। ਆਪਾਂ ਨਹੀਂ ਲੜਦੇ ਆਪਸ ਦੇ ਵਿੱਚ, ਭਾਵੇਂ ਜੋ ਮਰਜ਼ੀ ਕਹਿ ਲਓ। ਹਰਿਆਣੇ ਨੂੰ ਪਤਾ ਆ ਪੰਜਾਬ ਬਹੁਤ ਪਿਆਰ ਕਰਦਾ ਆ, ਹਰਿਆਣੇ ਦੇ ਨਾਲ ਇਕੱਠੇ ਆਪਾਂ ਉੱਥੇ ਰੋਟੀ ਖਾਂਦੇ। ਇਹਨਾਂ ਦੀਆਂ ਸਟੇਟਮੈਂਟਾਂ ਸਾਨੂੰ ਕੀ ਲੈਣਗੀਆਂ? ਟਿਕਰੀ ਬਾਰਡਰ ਦੇ ਉੱਤੇ, ਸਿੰਘੂ ਬਾਰਡਰ ਦੇ ਉੱਤੇ ਇਕੱਠੀ ਇੱਕ ਥਾਲੀ 'ਚ ਆਪਾਂ ਰੋਟੀ ਖਾਂਦੇ ਹਾਂ। ਸਾਡੇ ਨਾਲ ਹਰਿਆਣੇ ਵਾਲੇ ਰਹਿੰਦੇ ਆ, ਆਪਾਂ ਇਕੱਠੇ ਇੱਕ ਦੂਜੇ ਦੇ ਨਾਲ ਕੰਮਕਾਰ ਕਰਦੇ ਹਾਂ, ਸਾਰੇ ਮਿਲ ਜੁਲ ਕੇ ਰਹਿੰਦੇ ਆ। ਸਾਡੇ ਪਿਆਰ ਨੂੰ ਇਹ ਵੰਡ ਲੈਣਗੇ? ਇਹਨਾਂ ਦੀਆਂ ਸਟੇਟਮੈਂਟਾਂ ਸਾਡੇ ਪਿਆਰ ਨੂੰ ਵੰਡਣ ਵਾਲੀਆਂ ਨਹੀਂ। ਇਹ ਹੁਣ ਬਹੁਤ ਦੂਰ ਦੀ ਗੱਲ ਹੋ ਗਈ ਆ। ਇਹ ਪਹਿਲੋਂ ਦੀ ਗੱਲ ਸੀਗੀ ਜਦੋਂ ਹਰਿਆਣਾ ਅਲੱਗ ਸੀਗਾ, ਪੰਜਾਬ ਅਲੱਗ ਸੀਗਾ। ਹੁਣ ਹਰਿਆਣਾ ਪੰਜਾਬ ਅਲੱਗ ਨਹੀਂ ਹੈਗਾ, ਸਭ ਕੁਛ ਇਕੱਠਾ ਆ। ਤੁਹਾਡੇ 'ਤੇ ਸਵਾਲ ਹੋਏ ਆ, ਪਹਿਲਾਂ ਵੀ ਤੁਹਾਡੇ ਪਿਤਾ ਜੀ 'ਤੇ ਵੀ ਸਵਾਲ ਹੋਇਆ, ਬਲਦੇਵ ਸਿੰਘ ਮਾਨ ਜੀ 'ਤੇ। ਹਾਲਾਂਕਿ ਤੁਹਾਡਾ ਉਦੋਂ ਬਰਥ ਹੋਇਆ ਨਹੀਂ ਸੀ, ਅਤੇ ਮਤਲਬ ਹੋਇਆ ਤਾਂ ਤੁਸੀਂ ਬਹੁਤ ਛੋਟੇ ਸੀ। ਉਹ ਜਦੋਂ ਸਵਾਲ ਆਉਂਦੇ ਆ ਜਾਂ ਇੱਦਾਂ ਦੇ ਦੋਸ਼ ਲੱਗਦੇ ਆ, ਉਹਨਾਂ ਨੂੰ ਕਿੱਦਾਂ ਲੈਂਦੇ ਹੋ ਤੁਸੀਂ? ਮੈਨੂੰ ਕੋਈ ਫਰਕ ਹੀ ਨਹੀਂ ਪੈਂਦਾ। ਸੱਚ ਸੱਚ ਹੁੰਦਾ ਆ, ਝੂਠ ਝੂਠ ਹੁੰਦਾ ਆ। ਮੇਰੇ ਬਾਰੇ ਜਿੰਨਾ ਕੁਛ ਬੋਲਣਾ ਬੋਲੀ ਜਾਣ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਆਪਣੇ ਪਰਮਾਤਮਾ ਨੂੰ, ਆਪਣੇ ਵਾਹਿਗੁਰੂ ਨੂੰ ਜਾਣ ਦੇਣੀ ਆ। ਮੇਰੀ ਇਨਰ ਕੌਨਸ਼ੀਅਸ ਜਾਣਦੀ ਹੈ ਕਿ ਮੈਂ ਕੌਣ ਆ, ਮੈਂ ਕੀ ਸਹੀ ਕੀਤਾ, ਕੀ ਗਲਤ ਕੀਤਾ। ਮੈਨੂੰ ਕਿਸੇ ਨੂੰ ਇਹ ਕੌਣ ਆ ਇਹਨਾਂ ਨੂੰ ਮੈਂ ਆਪਣੀਆਂ ਜਵਾਬਦਾਰੀਆਂ ਦੇਵਾਂ? ਮੈਂ ਸਿਰਫ ਉਹ ਪਰਮਾਤਮਾ ਨੂੰ ਜਵਾਬਦਾਰੀ ਆ, ਔਰ ਉਹਨੂੰ ਹੀ, ਉਸ ਅਕਾਲ ਪੁਰਖ ਨੂੰ ਆਪਣਾ ਆਨਸਰੇਬਲ ਆ, ਔਰ ਉਹਨਾਂ ਨੂੰ ਜਵਾਬ ਦਊਂਗੀ। ਇਹਨਾਂ ਨੂੰ ਮੈਨੂੰ ਕੋਈ ਦੇਣ ਦੀ ਲੋੜ ਨਹੀਂ। ਮੈਂ ਆਪਣਾ ਕਰਮ ਕਰਨ ਨਹੀਂ ਆ, ਆਪਣਾ ਕਰਮ ਕਰੂੰਗੀ, ਲੋਕਾਂ ਦੀ ਸੇਵਾ ਕਰੂੰਗੀ। ਮੈਨੂੰ ਇਹਨਾਂ ਦੇ ਸੋਸ਼ਲ ਮੀਡੀਆ ਤੋਂ ਕੋਈ ਫਰਕ ਨਹੀਂ ਪੈਂਦਾ। ਆਈ ਬਿਲੀਵ ਇਨ ਮਾਈ ਕਰਮਾ, ਵਾਟ ਆਈ ਐਮ ਡੂਇੰਗ, ਔਰ ਉਨੀ ਦੇਰ ਤੱਕ ਕਰਦੀ ਰਹੂੰਗੀ ਜਦੋਂ ਤੱਕ ਮੈਨੂੰ ਚੰਗਾ ਲੱਗਦਾ ਹੈ ਦਿਲ ਵਾਸਤੇ। ਔਰ ਤਿੰਨ ਬਿੱਲ ਮੋਰਚਾ ਕੀ, ਇਸ ਤੋਂ ਬਾਅਦ ਜਿੰਨੇ ਵੀ ਮੋਰਚੇ ਆਉਣਗੇ, ਜਦੋਂ ਤੱਕ ਮੇਰੇ ਸਾਹ ਚੱਲਦਾ ਉਦੋਂ ਤੱਕ ਮੈਂ ਲੋਕਾਂ ਦੇ ਨਾਲ ਖੜੀ ਰਹੂੰਗੀ, ਉਹਨਾਂ ਦੀ ਆਵਾਜ਼ ਬਣ ਕੇ। ਮੈਨੂੰ ਇਹ ਗਵਰਨਮੈਂਟ ਤੋਂ ਡਰ ਨਹੀਂ ਲੱਗਦਾ, ਨਾ ਮੈਨੂੰ ਮਰਨ ਤੋਂ ਡਰ ਲੱਗਦਾ, ਨਾ ਮੈਨੂੰ ਇਹਨਾਂ ਦੇ ਸੋਸ਼ਲ ਮੀਡੀਆ ਤੋਂ ਡਰ ਲੱਗਦਾ। ਔਰ ਜਿਹੜੇ ਵੀ ਬੰਦੇ ਜੋ ਵੀ ਸਟੇਟਮੈਂਟ ਦੇ ਕੇ ਇਸ ਯੂਨਿਟੀ ਨੂੰ ਤੋੜਨਾ ਚਾਹੁੰਦੇ ਨੇ, ਉਹ ਸਾਫ਼-ਸਾਫ਼ ਦਿਖਦਾ ਹੀ ਹੈ ਸਾਨੂੰ ਵੀ ਉਹ ਏਜੰਸੀਆਂ ਦੇ ਬੰਦੇ ਨੇ। ਉਹ ਸਾਡਾ ਮੋਰਚਾ ਖਰਾਬ ਕਰਨਾ ਚਾਹੁੰਦੇ ਨੇ। ਬਟ ਸਾਰਿਆਂ ਨੂੰ ਸਮਝ ਆ ਇਸ ਗੱਲ ਦੀ, ਕੋਈ ਆਪਸ ਦੇ ਵਿੱਚ ਯੂਨਿਟੀ ਖਿਲਾਫ ਨਹੀਂ ਕਰ ਰਿਹਾ। ਸਾਰਿਆਂ ਨੂੰ ਆਪਸ ਦੇ ਵਿੱਚ ਇੱਕ ਪੂਰਾ ਇੱਕਜੁੱਟ ਅਤੇ ਵਿਸ਼ਵਾਸ ਆ। ਨਾਲੇ ਦੂਜੀ ਗੱਲ ਆ ਵੀ ਜੇ ਆਪਾਂ ਸਿੱਖੀ ਦੀ ਗੱਲ ਕਰੀਏ, ਕੀ ਗੱਲ ਆਪਾਂ ਸਿੱਖ ਨਹੀਂ ਹੈਗੇ? ਕੀ ਗੱਲ ਕਿਸਾਨ ਜਥੇਬੰਦੀਆਂ ਦੇ ਜਿਹੜੇ 31 ਜਥੇਬੰਦੀਆਂ ਨੇ ਉਹਦੇ ਲੀਡਰ ਸਿੱਖ ਨਹੀਂ ਹੈਗੇ? ਸਗੋਂ ਸਿੱਖੀ ਸਰੂਪ ਦੇ ਵਿੱਚ ਨੇ ਉਹ ਇਸ ਟਾਈਮ ਦੇ ਉੱਤੇ। ਔਰ ਕਈ ਕਿਸਾਨ ਜਥੇਬੰਦੀਆਂ ਦੇ ਲੀਡਰਸ ਨੇ ਅੰਮ੍ਰਿਤ ਵੀ ਛਕਿਆ ਹੋਇਆ ਆ। ਅਤੇ ਫਿਰ ਆਪਾਂ ਨੂੰ ਇਹ ਜਿਨ੍ਹਾਂ ਨੇ ਕੋਨੇ ਮੋਨੇ ਆ, ਉਹ ਸਾਨੂੰ ਥੋੜ੍ਹਾ ਸਿਖਾਉਣਗੇ ਵੀ ਸਿੱਖੀ ਸਰੂਪ ਕੀ ਹੁੰਦਾ ਆ, ਜਾਂ ਕਿਸਾਨ ਜਥੇਬੰਦੀਆਂ ਦੇ ਲੀਡਰ ਸਿੱਖੀ ਸਰੂਪ ਵਾਲੇ ਹੈਗੇ ਆ ਕਿ ਨਹੀਂ ਹੈਗੇ, ਜਾਂ ਸਿੱਖੀ ਸਰੂਪ ਕੀ ਹੁੰਦਾ ਆ। ਇਹਨਾਂ ਨੇ ਕੋਈ ਬੀੜਾ ਤਾਂ ਨਹੀਂ ਚੁੱਕਿਆ ਸਿੱਖੀ ਦਾ। ਆਪਾਂ ਵੀ ਗੁਰੂ ਨਾਨਕ ਦੇਵ ਜੀ ਦੇ ਬੱਚੇ ਹਾਂ, ਆਪਾਂ ਵੀ ਸੱਚੇ ਪਾਤਸ਼ਾਹ ਦੇ ਬੱਚੇ ਹਾਂ। ਕੀ ਗੱਲ ਇਹ ਜ਼ਿਆਦਾ ਨੇ? ਸਾਰੇ ਇਕੁਅਲ ਆ ਪਰਮਾਤਮਾ ਦੇ ਅਤੇ ਗੁਰੂ ਨਾਨਕ ਦੇਵ ਜੀ ਦੇ ਤਾਂ ਸਾਰੇ ਬੱਚੇ ਆ, ਅਸੀਂ ਵੀ ਬੱਚੇ ਹਾਂ। ਔਰ ਆਪਾਂ ਵੀ ਕਹਿੰਦੇ ਆਪਾਂ ਸਿੱਖ ਹਾਂ,
ਤੇ ਫਿਰ ਇਹ ਕੋਈ ਇਹਨਾਂ ਨੇ ਜ਼ਿਆਦਾ ਬੇੜਾ ਨਹੀਂ ਚੁੱਕਿਆ ਕਿ ਇਹ ਕਹਿਣਗੇ ਕਿ ਅਸੀਂ ਸਾਡਾ ਹੀ ਸਿੱਖ ਧਰਮ ਆ, ਅਸੀਂ ਸਿੱਖੀ ਸਰੂਪ ਨੂੰ ਜ਼ਿਆਦਾ ਪਿਆਰ ਕਰਦੇ ਹਾਂ। ਕੀ ਗੱਲ, ਆਪਾਂ ਵੀ ਕਰਦੇ ਹਾਂ ਔਰ ਆਪਾਂ ਹਮੇਸ਼ਾ ਕਰਦੇ ਰਵਾਂਗੇ। ਆਪਾਂ ਆਪਣੀ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਕਰਦੇ ਹਾਂ, ਆਪਾਂ ਆਪਣੇ ਗੁਰਦੁਆਰਾ ਸਾਹਿਬ ਦੀ ਇੱਜ਼ਤ ਕਰਦੇ ਹਾਂ, ਅਸੀਂ ਆਪਣੇ ਗੁਰੂਆਂ ਦੀ ਇੱਜ਼ਤ ਕਰਦੇ ਹਾਂ। ਇਹ ਜਿਹੜੇ ਲੋਕੀ ਧਰਮ ਦੇ ਨਾਮ ਦੇ ਉੱਤੇ ਲੋਕਾਂ ਦੇ ਇਮੋਸ਼ਨਸ ਨਾਲ ਖੇਡਦੇ ਆ, ਉਹ ਪਰਮਾਤਮਾ ਨੂੰ ਸਾਰਿਆਂ ਨੇ ਜਾਣ ਦੇਣੀ ਇੱਕ ਦਿਨ। ਉਹ ਪਰਮਾਤਮਾ ਵੇਖਣ ਡਿਆ, ਅਕਾਲ ਪੁਰਖ ਵੇਖਦਾ ਪਿਆ ਆ। ਸੋ ਇਹਨਾਂ ਲੋਕਾਂ ਦਾ ਵੀ ਕਹੀਏ ਭਲਾ ਹੀ ਕਰੇ ਰੱਬ। ਮੈਡਮ ਆਖਰੀ ਸਵਾਲ ਕਿ ਜਿੱਦਾਂ ਸੋਨੀਆ ਮਾਨ ਜੀ ਹੁਣ ਲਗਾਤਾਰ ਮੋਰਚੇ ਨਾਲ ਜੁੜੇ ਹੋਏ ਆ, ਮੋਰਚਾ ਖਤਮ ਹੁੰਦਾ ਉਸ ਤੋਂ ਬਾਅਦ ਜਿਵੇਂ ਸਵਾਲ ਤੁਹਾਡੇ ਤੇ ਉੱਠਦੇ ਆ ਵੀ ਇਹ ਰਾਜਨੀਤੀ ਦੇ ਵਿੱਚ ਜਾਣਾ ਚਾਹੁੰਦੇ ਆ, ਵੀ ਕੋਈ ਇਲੈਕਸ਼ਨ ਲੜਨਾ ਚਾਹੁੰਦੇ ਆ, ਇੱਦਾਂ ਦੀ ਕੋਈ ਗੱਲ ਹੈ ਜਾਂ ਸੋਨੀਆ ਮਾਨ ਆਪਣੇ ਪਿਤਾ ਜੀ ਦੇ ਰਸਤੇ 'ਤੇ ਚੱਲੇਗੀ? ਪਹਿਲੀ ਗੱਲ ਆ, ਮੇਰੇ ਫਾਦਰ ਸਾਹਿਬ ਨੇ ਵੀ ਇਲੈਕਸ਼ਨਸ ਲੜੀਆਂ ਸੀਗੀਆਂ 2। ਮੈਂ ਇੱਕ ਜੱਟ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ, ਸਿੱਖ ਜੱਟ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ। ਮੇਰੇ ਘਰ ਦੇ ਬਹੁਤ ਕੰਜ਼ਰਵੇਟਿਵ ਸੀਗੇ, ਉਹ ਸ਼ੁਰੂ ਤੋਂ ਚਾਹੁੰਦੇ ਸੀਗੇ ਕਿ ਮੈਂ ਇਸ ਫਿਲਮ ਲਾਈਨ 'ਚ ਨਾ ਆਵਾਂ, ਬਟ ਮੈਂ ਆਈ ਫਿਲਮ ਲਾਈਨ 'ਚ। ਕਲਾਕਾਰੀ ਦੇ ਮੈਨੂੰ ਐਕਟਿੰਗ ਪਸੰਦ ਸੀਗੀ ਕਰਨੀ, ਹੈ ਨਾ। ਉਹ ਤੁਹਾਡਾ ਨਿੱਜੀ ਨਹੀਂ, ਮੈਂ ਉਹੀ ਗੱਲ ਕਹਿਣਾ ਚਾਹੁੰਦੀ ਹਾਂ ਵੀ ਮੈਂ ਐਕਟਿੰਗ ਪ੍ਰੋਫੈਸ਼ਨ ਦੇ ਵਿੱਚ ਆਈ, ਉਹ ਮੇਰਾ ਇੱਕ ਨਿੱਜੀ ਸ਼ੌਕ ਸੀਗਾ, ਹੈ ਨਾ। ਮੈਂ ਇੱਕ ਸੋਸ਼ਲ ਕਨਸੈਪਟਸ ਦੇ ਉੱਤੇ ਪਲੇ ਕਰਦੀ ਹਾਂ। ਭਾਈ ਮੰਨਾ ਸਿੰਘ ਜੀ ਦੇ ਨਾਲ, ਗੁਲਸ਼ਨ ਭਾਈ ਨਾਲ ਮੈਂ ਥੀਏਟਰ ਕੀਤਾ ਆ। ਉਸ ਤੋਂ ਬਾਅਦ ਮੇਰੀ ਫੋਟੋਆਂ ਨੂੰ ਚੱਕ ਕੇ ਵੀ ਇਹਨਾਂ ਨੇ ਟਰੋਲ ਕੀਤਾ। ਉਹ ਵੀ ਇੱਕ ਐਕਟਰ ਕੋਈ ਵੈਸ਼ਿਆ ਦਾ ਰੋਲ ਵੀ ਕਰ ਸਕਦੀ ਹੈ, ਕੋਈ ਵੀ ਕਰ ਸਕਦੀ ਹੈ ਜੋ ਐਕਟਿੰਗ ਨੂੰ ਸਮਝਦਾ ਆ ਬੰਦਾ, ਰਾਈਟ। ਉਹ ਗੱਲ ਛੱਡੋ। ਦੂਜੀ ਗੱਲ ਆ ਵੀ ਜੇ ਮੈਂ ਪੋਲੀਟਿਕਸ ਦੇ ਵਿੱਚ ਆਉਣਾ ਹੁੰਦਾ ਨਾ, ਮੇਰੇ ਮੰਮਾ ਮੇਰੇ ਫਾਦਰ ਸਾਹਿਬ ਤੋਂ ਬਾਅਦ ਇਲੈਕਸ਼ਨ ਲੜ ਸਕਦੇ ਸੀਗੇ। ਅਤੇ ਅੱਜ ਮੈਂ ਕਹਿੰਦੀ ਹਾਂ ਦਾਅਵੇ ਦੇ ਨਾਲ, ਮੇਰੇ ਫਾਦਰ ਸਾਹਿਬ ਨੂੰ ਉਨੀਆਂ ਵੋਟਾਂ ਪੈਂਦੀਆਂ ਸੀ ਨੇ, ਮੇਰੇ ਮੰਮਾ ਅੱਜ ਮਿਨਿਸਟਰ ਹੁੰਦੇ, ਰਾਈਟ। ਉਸ ਤੋਂ ਬਾਅਦ ਮੈਂ ਖੁਦ ਪੋਲੀਟਿਕਸ 'ਚ ਆ ਸਕਦੀ ਸੀਗੀ, ਬਟ ਮੈਨੂੰ ਜ਼ੀਰੋ ਇੰਟਰਸਟ ਸੀਗਾ, ਸਹੀ ਗੱਲ ਦੱਸਾਂ ਤੇ। ਮੈਂ ਬੰਬੇ ਚਲੀ ਗਈ, ਮੈਂ ਬੰਬੇ ਗਈ, ਮੇਰਾ ਜਦ ਕਿ ਪੋਲੀਟੀਕਲ ਬੈਕਗਰਾਊਂਡ ਆ, ਮੈਂ ਇਲੈਕਸ਼ਨ ਵੀ ਲੜ ਸਕਦੀ ਸੀਗੀ, ਸਭ ਕੁਝ ਸਾਰਿਆਂ ਨੂੰ ਪਤਾ ਉੱਥੇ। ਬਟ ਮੈਂ ਆਪਣਾ ਕਰੀਅਰ ਚੂਜ਼ ਕੀਤਾ। ਬਟ ਇਸ ਕਰੀਅਰ ਦੇ ਦੌਰਾਨ ਲੋਕਡਾਊਨ ਦੇ ਵਿੱਚ ਵਾਪਸ ਆਈ। ਲੋਕਡਾਊਨ 'ਚ ਜਦੋਂ ਵਾਪਸ ਆਈ, ਮੈਨੂੰ ਬਹੁਤ ਪਿੰਡ 'ਚ ਰਹੀ। ਸਭ ਤੋਂ ਜ਼ਿਆਦਾ ਟਾਈਮ ਮੈਂ ਐਰਕੀ ਪਹਿਲੀ ਵਾਰੀ ਪਿੰਡ 'ਚ ਰਹੀ ਹਾਂ। 6 ਮਹੀਨੇ ਤੋਂ ਉੱਤੇ ਦਾ ਟਾਈਮ ਸੀਗਾ, ਮੈਂ ਪਿੰਡ ਦੇ ਵਿੱਚ ਹੀ ਕੱਟਿਆ ਆਪਣਾ। ਮੈਂ ਟਾਈਮ ਸਪੈਂਡ ਕੀਤਾ ਲੋਕਾਂ ਦੇ ਨਾਲ। ਉਦੋਂ ਹੀ ਇਹ ਧਰਨਾ ਸਟਾਰਟ ਹੋਇਆ, ਮੈਂ ਧਰਨੇ 'ਚ ਇਨਵੋਲਵ ਹੋ ਗਈ, ਸਾਰਾ ਕੁਛ, ਰਾਈਟ। ਹੁਣ ਜੋ ਮੇਰਾ ਮਾਈਂਡ ਸੈੱਟ ਹੈ ਇਸ ਟਾਈਮ ਦੇ ਉੱਤੇ, ਮੈਂ ਆਪਣੇ ਲੋਕਾਂ ਦੀ ਸੇਵਾ ਕਰਨ ਵਾਸਤੇ ਕੁਛ ਵੀ ਕਰ ਸਕਦੀ ਹਾਂ, ਬਟ ਮੈਂ ਕੋਈ ਪੋਲੀਟੀਕਲ ਪਾਰਟੀ ਜੁਆਇਨ ਨਹੀਂ ਕਰੂੰਗੀ। ਅੱਗੇ ਫਿਰ ਰਸਤੇ 'ਤੇ ਚੱਲੋਗੇ ਪਿਤਾ ਜੀ ਦੇ ਰਸਤੇ 'ਤੇ? ਮੈਂ ਪਿਤਾ ਜੀ ਦੇ ਰਸਤੇ 'ਤੇ ਹੀ ਚੱਲਦੀ ਪਈ ਹਾਂ, ਉਸੇ ਰਸਤੇ 'ਤੇ ਚੱਲੂੰਗੀ। ਧੰਨਵਾਦ ਜੀ ਸਮਾਂ ਦੇਣ ਲਈ। ਇਹ ਸਨ ਸੋਨੀਆ ਮਾਨ, ਜਿਨ੍ਹਾਂ ਨੇ ਬੜੀ ਬੇਬਾਕੀ ਦੇ ਨਾਲ ਜਿਹੜੇ ਉਹਨਾਂ 'ਤੇ ਦੋਸ਼ ਲੱਗੇ ਆ ਉਹਨਾਂ ਦਾ ਜਵਾਬ ਵੀ ਦਿੱਤਾ ਔਰ ਗੱਲਾਂ ਕਲੀਅਰ ਕੀਤੀਆਂ ਨੇ। ਉਹਨਾਂ ਦਾ ਕਹਿਣਾ ਕਿ ਜਿਹੜੇ ਸਿੱਖੀ ਦੀ ਗੱਲ ਨੂੰ ਵਾਰ-ਵਾਰ ਲੈ ਕੇ ਆ ਰਿਹਾ, ਸਿੱਖ ਵਰਸਸ ਕਾਮਰੇਡ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਇਹਦੇ ਪਿੱਛੇ ਏਜੰਸੀਆਂ ਦਾ ਰੋਲ ਹੈ। ਕਿਉਂਕਿ ਇਸ ਸੰਘਰਸ਼ ਦੇ ਵਿੱਚ ਸਿੱਖ ਵੀ ਨੇ, ਕਮਿਊਨਿਸਟ ਵੀ ਨੇ, ਹਿੰਦੂ ਵੀ ਨੇ, ਮੁਸਲਿਮ ਵੀ ਨੇ। ਸਾਰਾ ਸਮੂਹ ਦਾ, ਸਾਰੇ ਪੰਜਾਬ ਦਾ, ਹਿੰਦੁਸਤਾਨ ਦਾ ਸਾਂਝਾ ਸੰਘਰਸ਼ ਹੈ। ਜਿਹੜਾ ਵੀ ਵਿਅਕਤੀ ਅੱਜ ਇਸ ਸੰਘਰਸ਼ ਨੂੰ ਤੋੜਨ ਦੀ ਗੱਲ ਕਰ ਰਿਹਾ ਜਾਂ ਕਿਸੇ ਇੱਕ ਫਿਰਕੇ ਤੱਕ ਸੀਮਿਤ ਕਰਨ ਦੀ ਗੱਲ ਕਰ ਰਿਹਾ, ਚਾਹੇ ਉਹ ਫਿਰਕਾ ਸਿੱਖ ਫਿਰਕੇ ਨਾਲ ਜੋੜਨ ਦੀ ਗੱਲ ਕੀਤੀ ਗਈ ਹੋਵੇ, ਚਾਹੇ ਮੁਸਲਿਮ ਨਾਲ, ਚਾਹੇ ਹਰਿਆਣੇ ਜਾਂ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੋਵੇ, ਉਹ ਵਿਅਕਤੀ ਸਰਕਾਰ ਦੀਆਂ ਏਜੰਸੀਆਂ ਦੀ ਬੋਲੀ ਬੋਲ ਰਿਹਾ। ਔਰ ਨਾਲ ਦੀ ਨਾਲ ਇਹਨਾਂ ਨੇ ਇਹ ਵੀ ਕਲੀਅਰ ਕੀਤਾ ਕਿ ਆਉਣ ਵਾਲੇ ਸਮੇਂ 'ਚ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਚੋਣਾਂ ਲੜਨ ਦਾ ਇਹਨਾਂ ਦਾ ਕੋਈ ਪਲਾਨ ਨਹੀਂ। ਇਹ ਇਸੇ ਤਰੀਕੇ ਨਾਲ ਸੰਘਰਸ਼ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਰਹਾਂਗੇ। ਮੈਂ ਕਰਮ ਸੇਖਾ, ਦਾ ਮਿਰਰ ਪੰਜਾਬ TV ਵੱਲੋਂ ਕੈਮਰਾਮੈਨ ਯਾਦਵਿੰਦਰ ਦੇ ਨਾਲ, ਧੰਨਵਾਦ।